सिखो शब्द प्यारियो, जन्म मरण की टेको। मुख उज्जल सदा सुखी, नानक सिमरत एको। मन तन राता राम प्यारे, हर प्रेम भगत बन आई संतो। हर नाम लाहा दास को दिया, सगली तपत बुझाई संतो। धन वाहिगुरु साहिब जी। निरंकार आकार, आषाढ़ पूरन अविनाशी। हरखवंत अनंत, रूप निर्मल विगासी। निरंकार आकार, आषाढ़ पूरन अविनाशी। हरखवंत आनंत, रूप निर्मल विगासी। गुण गावें बेअंत, अंत एक तिल नहीं पासी। जाको होए कृपाल, सो जन प्रभ तुम्हें मिलासी। धन धन ते धन जन, जे कृपाल हर हर भयो। हर गुर नानक जिन परसियो, से जन्म मरण दोहां थे रहियो। धन धन ते धन जन, जे कृपाल हर हर पयो। हर गुर नानक जिन परसियो, से जन्म मरण दोह थे रहियो। परम सन्मान योग, जुगो जुग अटल, चवर छतर तखत दे मालक, हाजरा हजूर जहरा जहूर, सर्व कला भरपूर। वालिए को लालम, राजे के मुतलक, खंडा ब्रह्मंडा दे मालक, निमाणिया दे मान, निताणिया दे ताण, न्योटिया दी ओट। शब्द गुरु
ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ। ਤਿਨਾਂ ਦੀ ਪਾਵਨ ਪਵਿੱਤਰ ਮੁਬਾਰਕ ਗੋਦ ਅੰਦਰ ਜੁੜ ਬੈਠੇ ਅਤੇ ਚੈਨਲ ਮੀਡੀਆ ਦੇ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਘਰਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਮੁਬਾਰਕ ਬਾਣੀ ਨਾਲ ਸਾਂਝ ਬਣਾ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਅਤੀ ਸਤਿਕਾਰਯੋਗ ਸਤਸੰਗੀ ਜਨੋਂ ਵਡਭਾਗੇ ਹਾਂ। ਸਾਹਿਬ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਮੁਬਾਰਕ ਬਾਣੀ ਨਾਲ ਜੁੜ ਕੇ ਇਸ ਮਨੁੱਖਾ ਜੀਵਨ ਦੇ ਮਨੋਰਥ ਨੂੰ ਸਫਲਿਆਂ ਸਚਿਆਰਿਆਂ ਬਣਾਉਣ ਲਈ ਗੁਰੂ ਬਖਸ਼ਿਸ਼ ਦੇ ਪਾਤਰ ਬਣ ਰਹੇ ਹਾਂ। ਅਕਾਲ ਪੁਰਖ ਵਾਹਿਗੁਰੂ ਜੀ ਨੇ ਮਿਹਰਮਤ ਕੀਤੀ ਹੈ। ਸੰਧਿਆ ਸਮੇਂ ਦੇ ਇਹਨਾਂ ਪਾਵਨ ਸੱਜੇ ਹੋਏ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਜਿੱਥੇ ਆਪ ਜੀਆਂ ਨੇ ਸਤਿਕਾਰਯੋਗ ਭਾਈ ਹਰਭਜਨ ਸਿੰਘ ਜੀ ਜਲੰਧਰ ਵਾਲੇ ਤਿੰਨਾਂ ਦੇ ਜਥੇ ਪਾਸੋਂ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਇਲਾਹੀ ਸ਼ਬਦ ਕੀਰਤਨ ਦੇ ਨਾਲ ਸਾਂਝ ਬਣਾਉਣ ਦਾ ਯਤਨ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਤੇ ਇਸ ਲੜੀ ਦੇ ਤਹਿਤ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਸਵਈਏ ਸ੍ਰੀ ਮੁਖ ਵਾਕ ਮਹਲਾ ਪੰਜਵਾਂ ਦੇ ਸਿਰਲੇਖ ਹੇਠ ਸਤਿਗੁਰੂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਪੰਜਵੇਂ ਸਵਈਏ ਦਾ ਪਾਠ ਦਾਸ ਨੇ ਆਪ ਸੰਗਤਾਂ ਦੇ ਨਾਲ ਸਾਂਝਾ ਕੀਤਾ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1386 ਤੇ ਸੁਭਾਇਮਾਨ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਬਖਸ਼ਿਸ਼ ਕਰਦੇ ਨੇ ਗੁਰਮਤਿ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਕਲਗੀਧਰ ਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਪਾਵਨ ਮੁਬਾਰਕ ਫਤਿਹ ਨਾਲ ਸਾਂਝ ਬਣਾਈਏ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਅਦਬ ਸਤਿਕਾਰ ਸਹਿਤ ਗੁਰੂ ਚਰਨਾਂ ਵਿੱਚ ਸੀਸ ਝੁਕਾਉਂਦਿਆਂ ਨਿਮਰਤਾ ਸਹਿਤ ਗੁਰ ਫਤਿਹ ਪ੍ਰਵਾਨੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਵੇਂ ਕਿ ਇਸ ਸਮੁੱਚੇ ਹੀ 9 ਦੇ 9 ਸਵਈਆਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਉਸਤਤੀ, ਉਹਦੀ ਇਬਾਦਤ ਅਤੇ ਪਰਮੇਸ਼ਰ ਦੇ ਗੁਣਾਂ ਦਾ ਵਰਣਨ ਅਤੇ ਜ਼ਿਕਰ ਕੀਤਾ ਹੈ, ਪਰ ਅੱਜ ਦੇ ਇਸ ਵਿਚਾਰਧੀਨ ਸਵਈਏ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੀਆਂ ਵੱਖਰੀਆਂ ਵੱਖਰੀਆਂ ਪ੍ਰਵਿਰਤੀਆਂ, ਵੱਖਰੇ ਵੱਖਰੇ ਸੁਭਾਅ ਤੇ ਵੱਖਰੇ ਵੱਖਰੇ ਗੁਣਾਂ ਦਾ ਜ਼ਿਕਰ ਇੱਕੋ ਹੀ ਸਵਈਏ ਦੇ ਵਿੱਚ ਕੀਤਾ ਹੈ। ਸ਼ਬਦ ਬੜੇ ਭਾਵਪੂਰਤ ਨੇ ਤੇ ਸਤਿਗੁਰੂ ਨੇ ਬੜੇ ਸੁੰਦਰ ਢੰਗ ਨਾਲ ਇਹਨਾਂ ਨੂੰ ਕਲਮਬੰਦ ਕੀਤਾ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਵਈਏ ਦੀ ਆਰੰਭਤਾ ਕਰਦਿਆਂ ਫਰਮਾਉਂਦੇ ਨੇ, ਨਿਰੰਕਾਰ ਆਕਾਰ ਅਛਾਲ ਪੂਰਨ ਅਬਿਨਾਸ਼ੀ। ਹੁਣ 5 ਸ਼ਬਦ ਪਹਿਲੀ ਪੰਕਤੀ ਚ ਉਹਨਾਂ ਨੇ ਵਰਤੇ ਨੇ ਤੇ ਪੰਜੇ ਹੀ ਆਪਣੇ ਆਪ ਦੇ ਵਿੱਚ ਬੜੇ ਭਾਵ ਰੱਖਦੇ ਨੇ। ਪਹਿਲਾ ਜੋ ਸ਼ਬਦ ਸਤਿਗੁਰੂ ਨੇ ਵਰਤਿਆ ਹੈ ਨਿਰੰਕਾਰ। ਨਿਰੰਕਾਰ ਦਾ ਮਤਲਬ ਹੈ ਜਿਹੜਾ ਆਕਾਰ ਤੋਂ ਰਹਿਤ ਹੋਵੇ, ਜਿਹਦਾ ਕੋਈ ਆਕਾਰ ਨਾ ਹੋਵੇ। ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਜਦੋਂ ਅਸੀਂ ਪੜ੍ਹਦੇ ਹਾਂ, ਪਾਵਨ ਬਾਣੀ ਦੇ ਵਿੱਚ ਜਦੋਂ ਅਸੀਂ ਮੰਗਲਾਚਰਨ ਨੂੰ ਪੜ੍ਹਦੇ ਹਾਂ ਤੇ ਉਸ ਵਿੱਚ ਵੀ ਸਤਿਗੁਰੂ ਨੇ ਪਰਮੇਸ਼ਰ ਦਾ ਤਸੱਵਰ ਇਹੀ ਬਿਆਨ ਕੀਤਾ ਹੈ ਕਿ ਉਹ ਰੂਪ ਰੰਗ ਰੇਖ ਤੋਂ ਨਿਆਰਾ ਹੈ। ਗੁਰੂ ਅਰਜਨ ਸਾਹਿਬ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਵਿੱਚ ਵੀ ਕਹਿਣਗੇ, ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਸੰਸਾਰ ਦੀ ਕੋਈ ਵੀ ਚੀਜ਼ ਜਿਹੜੀ ਸਾਨੂੰ ਨਜ਼ਰ ਆਉਂਦੀ ਹੈ, ਕਿਉਂਕਿ ਆਕਾਰ ਦਾ ਅਰਥ ਹੈ ਸਟਰਕਚਰ, ਰੂਪ ਰੇਖ, ਚੱਕਰ ਚਿੰਨ੍ਹ ਇਤਿਆਦਿ।
ਤੇ ਸਾਡੀ ਅੱਖ ਉਸੇ ਚੀਜ਼ ਨੂੰ ਵੇਖ ਸਕਦੀ ਹੈ ਜਿਹੜੀ ਇਹ ਤਿੰਨੇ ਸ਼ਰਤਾਂ ਪੂਰੀਆਂ ਕਰਦੀ ਹੋਵੇ। ਉਹਦੇ ਵਿੱਚ ਰੂਪ ਵੀ ਹੋਵੇ, ਉਹਦਾ ਕੋਈ ਆਕਾਰ ਵੀ ਹੋਣਾ ਚਾਹੀਦਾ, ਉਹਦਾ ਕੋਈ ਰੰਗ ਵੀ ਹੋਣਾ ਚਾਹੀਦਾ। ਪਰ ਸਤਿਗੁਰੂ ਨੇ ਆਖਿਆ ਪਰਮੇਸ਼ਰ ਦਾ ਨਾ ਕੋਈ ਰੂਪ ਹੈ, ਨਾ ਰੰਗ ਹੈ, ਨਾ ਕੋਈ ਆਕਾਰ ਹੈ। ਇਸੇ ਕਰਕੇ ਬਾਣੀ ਦੀ ਮਹੱਤਤਾ ਇਹ ਹੈ, ਇੰਪੋਰਟੈਂਸ ਇਹ ਹੈ ਕਿ ਸਤਿਗੁਰੂ ਜਦੋਂ ਤੇ ਸੰਸਾਰ ਦੀ ਤੁਲਨਾ ਕਰਨਗੇ ਤੇ ਫੁੱਲ ਦੇ ਨਾਲ ਕਰਨਗੇ। ਯਥਾ ਸ਼ਕਤ ਗੁਰੂ ਨਾਨਕ ਮਹਾਰਾਜ ਨੇ ਸੰਸਾਰ ਨੂੰ ਫੁੱਲ ਇਸੇ ਕਰਕੇ ਆਖਿਆ, ਜਿੱਥੇ ਹਜ਼ੂਰ ਨੇ ਆਖਿਆ ਕਿਆ ਗਾਲ ਆਇਓ ਭੂਸ਼ ਪਰ ਵੇਲ ਨਾ ਜੋਹੇ ਕੰਤ ਤੂੰ, ਨਾਨਕ ਫੁੱਲਾਂ ਸੰਧੀ ਵਾੜ ਖਿੜਿਆ ਹੱਬ ਸੰਸਾਰ ਜਿਉ। ਇਹ ਸੰਸਾਰ ਇੱਕ ਫੁੱਲ ਦੀ ਨਾਂ ਖਿੜਿਆ ਹੋਇਆ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਇਸ ਖਿੜੇ ਹੋਏ ਫੁੱਲ ਵਾਂਗ ਖਿੜੇ ਹੋਏ ਸੰਸਾਰ ਦੇ ਵਿੱਚ ਨਿਰੰਕਾਰ ਕਿਵੇਂ ਵਸਦਾ ਉਹਦੀ ਗੱਲ ਕਰਨਗੇ ਤੇ ਸਾਹਿਬ ਕਹਿਣਗੇ ਪੋਹਪ ਮਦ ਜਿਉ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਸ਼ਾਈ। ਰੱਬ ਕੀ ਹੈ? ਜਿਵੇਂ ਫੁੱਲ ਵਿੱਚ ਸੁਗੰਧੀ ਹੋਵੇ, ਤੇ ਸੰਸਾਰ ਕੀ ਹੈ? ਮਾਨੋ ਫੁੱਲ ਹੈ। ਜਿਵੇਂ ਖਿੜੇ ਹੋਏ ਫੁੱਲ ਵਿੱਚ ਸੁਗੰਧੀ ਹੈ, ਇਸੇ ਤਰੀਕੇ ਨਾਲ ਖਿੜੇ ਹੋਏ ਸੰਸਾਰ ਦੇ ਕਣ ਕਣ ਵਿੱਚ ਪਰਮੇਸ਼ਰ ਦੀ ਜੋਤ ਹੈ। ਹੁਣ ਕੋਈ ਬੰਦਾ ਇਹ ਤੇ ਕਹਿ ਸਕਦਾ ਮੈਂ ਰੂਪ ਕਰਕੇ, ਰੰਗ ਕਰਕੇ ਤੇ ਆਕਾਰ ਹੋਣ ਦੇ ਬਾਵਜੂਦ ਫੁੱਲ ਨੂੰ ਵੇਖ ਨਹੀਂ ਸਕਿਆ, ਉਹ ਇਹ ਤੇ ਕਹਿ ਸਕਦਾ। ਪਰ ਕੋਈ ਬੰਦਾ ਇਹ ਆਖੇ ਕਿ ਮੈਨੂੰ ਸੁਗੰਧੀ ਨਜ਼ਰ ਹੀ ਨਹੀਂ ਆਈ, ਪਹਿਲਾਂ ਮੈਨੂੰ ਵਿਖਾਓ ਸੁਗੰਧੀ ਹੁੰਦੀ ਕਿਹੜੇ ਰੰਗ ਦੀ ਤੇ ਮੈਂ ਫੇਰ ਗੱਲ ਕਰਾਂਗਾ। ਤਾਂ ਸੁਗੰਧੀ ਨੂੰ ਤੁਸੀਂ ਮਹਿਸੂਸ ਕਰ ਸਕਦੇ ਹੋ, ਫੀਲ ਕਰ ਸਕਦੇ ਹੋ, ਪਰ ਵੇਖ ਨਹੀਂ ਸਕਦੇ। ਵੇਖਿਆ ਕੇਵਲ ਫੁੱਲ ਹੀ ਜਾ ਸਕਦਾ, ਸੁਗੰਧੀ ਨਹੀਂ ਵੇਖੀ ਜਾ ਸਕਦੀ। ਗਰੀਬ ਨਵਾਜ ਪਾਤਸ਼ਾਹ ਇਸੇ ਕਰਕੇ ਪਰਮੇਸ਼ਰ ਦਾ ਤਸੱਵਰ ਜਿਹੜਾ ਬਾਣੀ 'ਚ ਬਿਆਨ ਕਰਨਗੇ ਉਹ ਕੀ ਹੈ? ਨਿਰੰਕਾਰ, ਆਕਾਰ ਤੋਂ ਰਹਿਤ ਹੈ। ਕਿਉਂਕਿ ਜਿਹੜੀ ਚੀਜ਼ ਆਕਾਰ ਵਿੱਚ ਹੋਏਗੀ ਨਾ, ਸਤਿਗੁਰੂ ਕਹਿਣਗੇ ਉਹ ਟਲ ਜਾਏਗੀ, ਉਹ ਸਮਾਂ ਪਾ ਕੇ ਬਿਨਸ ਜਾਏਗੀ, ਉਹ ਖਤਮ ਹੋ ਜਾਏਗੀ। ਪਰ ਵੇਖੋ ਕਿੰਨੀਆਂ ਅਜੀਬੋ ਗਰੀਬ ਕਹਾਣੀਆਂ ਨੇ ਜਿਹੜੀਆਂ ਅਸੀਂ ਗੁਰਸਿੱਖੀ ਦੇ ਖੇਤਰ ਵਿੱਚ ਘੜ ਕੇ ਤੇ ਲੋਕਾਂ ਨੂੰ ਸੁਣਾ ਰਹੇ ਹਾਂ। ਇੱਕ ਬੰਨੇ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਦੂਜੇ ਬੰਨੇ ਸਾਡੇ ਵਰਗੇ ਲੋਕਾਂ ਵੱਲੋਂ ਘੜੀਆਂ ਹੋਈਆਂ ਅਨਾਬ ਸ਼ਨਾਬ ਕਥਾ ਕਹਾਣੀਆਂ ਤੋਂ ਦੋਨਾਂ ਦੀ ਖਿਚੜੀ ਬਣਾ ਕੇ ਅਸੀਂ ਲੋਕਾਂ ਨੂੰ ਦੇ ਰਹੇ ਹਾਂ, ਸੰਗਤ ਨੂੰ ਦੇ ਰਹੇ ਹਾਂ, ਤੇ ਲੋਕ ਬੜੇ ਚਾਵਾਂ ਨਾਲ ਖਾ ਵੀ ਰਹੇ ਨੇ। ਤੋਂ ਕਾਢਣ ਵਾਲਿਆਂ ਨੇ ਆਖਿਆ ਸਾਡੇ ਬਾਬਾ ਜੀ ਨਾ ਜਿਸ ਵੇਲੇ ਪ੍ਰਸ਼ਾਦਾ ਤਿਆਰ ਕਰਕੇ ਲੈ ਕੇ ਆਏ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਗੁਰੂ ਨਾਨਕ ਮਹਾਰਾਜ ਪ੍ਰਗਟ ਹੋ ਕੇ ਬਾਹਰ ਆਏ, ਉਹਨਾਂ ਨੇ ਲੰਗਰ ਛਕਿਆ ਤੇ ਫਿਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਾ ਕੇ ਸਮਾ ਗਏ। ਹੁਣ ਇਹ ਦੋ ਚੀਜ਼ਾਂ ਬੜੀਆਂ ਭਿੰਨਤਾ ਰੱਖਦੀਆਂ ਨੇ, ਕਮਾਲ ਨਹੀਂ। ਸਾਡੀਆਂ ਜਨਮ ਸਾਖੀਆਂ ਇਹ ਕਹਿਣ ਵੀ ਸੰਗਤ ਨੇ ਜਿਸ ਵੇਲੇ ਭਾਵੁਕ ਹੋ ਕੇ ਆਖਿਆ ਨਾ ਮਹਾਰਾਜ ਤੁਹਾਨੂੰ ਕਿੱਥੋਂ ਵੇਖਾਂਗੇ, ਤੇ ਸਤਿਗੁਰੂ ਨੇ ਬੜੀ ਕੀਮਤੀ ਬਾਤ ਕਹੀ, ਆਖਿਆ ਬਾਬਾ ਨਾ ਮੜੀ ਨਾ ਗੌਰ, ਗੁਰ ਅੰਗਦ ਕੇ ਹੀਏ ਮਾਹੇ ਔਰ ਸਤ ਸੰਗਤ ਨੂੰ ਬਸਬੋ ਕਰੋ। ਆਖਿਆ ਨਾਨਕ ਸਰੀਰ ਨਹੀਂ ਹੈ, ਤੇ ਨਾਨਕ ਨੂੰ ਸਰੀਰ ਕਰਕੇ ਨਾ ਵੇਖਣਾ। ਗੁਰੂ ਨਾਨਕ ਕੀ ਹੈ ਇਹ ਵੇਖਣ ਵਾਸਤੇ ਗੁਰੂ ਨਾਨਕ ਦੀ ਬਾਣੀ ਪੜ੍ਹੋ, ਤੁਹਾਨੂੰ ਕਿਆਸ ਹੋ ਜਾਏਗਾ ਗੁਰੂ ਨਾਨਕ ਕਿਹੜੀਆਂ ਵਿਚਾਰਾਂ ਤੇ ਕਿਹੜਿਆਂ ਖਿਆਲਾਂ ਦੇ ਮਾਲਕ ਸਨ। ਉਹ ਤੁਹਾਨੂੰ ਜਪਜੀ ਦੱਸ ਸਕਦਾ ਵੀ ਗੁਰੂ ਨਾਨਕ ਮਹਾਰਾਜ ਦੇ ਜੀਵਨ ਦਾ ਸਟੈਂਡਰਡ ਕੀ ਸੀ, ਸਤਿਗੁਰੂ ਸੋਚਦੇ ਕੀ ਸਨ, ਉਹਨਾਂ ਦਾ ਅਨੁਭਵ ਤੇ ਤਜਰਬਾ ਕੀ ਸੀ। ਮੈਂ ਜਿਹੜੀ ਉਥਾਨਕਾ ਬਾਰ-ਬਾਰ ਸਾਂਝੀ ਕਰਦਾ ਨਾ, ਫਾਰ ਐਗਜ਼ਾਮਪਲ ਸੰਖੇਪ ਵਿੱਚ ਜ਼ਿਕਰ ਕਰਾਂਗਾ। ਮੌਲਵੀ ਸਾਹਿਬ ਨੂੰ ਕਿਸੇ ਨੇ ਪੁੱਛਿਆ ਮੌਲਵੀ ਸਾਹਿਬ ਤੁਹਾਡਾ ਜੀ ਨਹੀਂ ਕਰਦਾ ਵੀ ਅਸੀਂ ਆਪਣੇ ਹਜ਼ਰਤ ਮੁਹੰਮਦ ਸਾਹਿਬ ਨੂੰ ਵੇਖੀਏ ਕਿ ਉਹ ਕਿੱਦਾਂ ਦੇ ਲੱਗਦੇ ਸਨ? ਕਿਉਂਕਿ ਇਸਲਾਮ ਜਿਹੜਾ ਨਾ ਉਹ ਆਪਣੀ ਇਸ ਮਰਿਆਦਾ ਤੇ ਬੜਾ ਸਟ੍ਰਿਕਟ ਹੈ। ਤੁਸੀਂ ਇਸਲਾਮ ਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੀ ਤਸਵੀਰ ਨਹੀਂ ਬਣਾ ਸਕਦੇ, ਹਾਲਾਂਕਿ ਅਸੀਂ ਕੱਢ ਲਈਆਂ ਤੇ ਅਸੀਂ ਐਡੀ ਤੇਜ਼ੀ ਨਾਲ ਸਫ਼ਰ ਕੀਤਾ ਵੀ ਤਸਵੀਰਾਂ ਤੇ ਛੱਡੋ, ਹੁਣ ਗੁਰੂ ਨਾਨਕ ਦੀਆਂ ਮੂਰਤੀਆਂ ਵੀ ਮੰਡੀਆਂ ਤੇ ਸਟੋਰਾਂ ਦੇ ਵਿੱਚ ਆ ਗਈਆਂ, ਪੱਥਰ ਦੇ ਬੁੱਤ ਆ ਗਏ, ਉਹ ਗੁਰਦੁਆਰਿਆਂ 'ਚ ਵੇਖਣ ਵਾਸਤੇ ਮਿਲ ਸਕਦੇ ਨੇ। ਇਸਲਾਮ ਇਸ ਗੱਲ ਦੇ ਉੱਤੇ ਬੜੀ ਸਟ੍ਰਿਕਟ ਹੈ, ਉਹਨਾਂ ਦੀ ਮਰਿਆਦਾ ਉਹ ਬਣਨ ਨਹੀਂ ਦਿੰਦੇ। ਨਾ ਤੇ ਉਹ ਆਪਣੀ ਕਿਸੇ ਦੁਕਾਨ ਦਾ ਨਾਮ ਹਜ਼ਰਤ ਸਾਹਿਬ ਦੇ ਨਾਮ ਤੇ ਰੱਖਣਗੇ ਤੇ ਨਾ ਉਹਨਾਂ ਦਾ ਬੁੱਤ ਹੀ ਬਣ ਦੇਣਗੇ। ਅਸੀਂ ਰੱਖ ਲੈਂਦੇ ਹਾਂ, ਅਸੀਂ ਆਪਣੀ ਜੁੱਤੀਆਂ ਦੀ ਦੁਕਾਨ ਦਾ ਨਾਮ ਹੀ ਗੁਰੂ ਨਾਨਕ ਦੇ ਨਾਮ ਤੇ ਰੱਖਦੇ ਹਾਂ, ਸਾਡੀਆਂ ਹੋਰ ਦੁਕਾਨਾਂ ਆਉਣ ਤੇ ਉਹਦਾ ਨਾਮ ਵੀ ਰੱਖ ਲੈਂਦੇ, ਉਹ ਨਹੀਂ ਰੱਖਦੇ। ਉਹ ਕਹਿਣ ਲੱਗੇ ਜੀ ਨਹੀਂ ਸਾਡਾ ਜੀ ਨਹੀਂ ਕਰਦਾ। ਆਖਿਆ ਕਿਉਂ? ਹਰ ਬੰਦੇ ਦੇ ਮਨ ਵਿੱਚ ਖੁਆਇਸ਼ ਹੈ ਕਿ ਮੈਂ ਆਪਣੇ ਪੈਗੰਬਰ ਨੂੰ ਵੇਖਾਂ, ਤੁਸੀਂ ਕਿਉਂ ਨਹੀਂ ਚਾਹੁੰਦੇ? ਉਹ ਕਹਿਣ ਲੱਗੇ ਮੰਨ ਲਓ ਅਸੀਂ ਇਹ ਸੋਚਿਆ ਹੋਵੇ ਵੀ ਸਾਡੇ ਹਜ਼ਰਤ ਮੁਹੰਮਦ ਸਾਹਿਬ ਗੋਰੇ ਚਿੱਟੇ ਰੰਗ ਦੇ ਹੋਣਗੇ ਪਰ ਉਹ ਕਾਲੇ ਰੰਗ ਦੇ ਹੋਏ, ਫਿਰ ਅਸੀਂ ਕੀ ਕਰਾਂਗੇ? ਪੈਗੰਬਰ ਆਪਣੇ ਰੂਪ ਰੰਗ ਤੇ ਆਪਣੇ ਕੱਦ ਕਾਠ ਕਰਕੇ ਪੈਗੰਬਰ ਨਹੀਂ ਹੁੰਦਾ, ਪੈਗੰਬਰ ਆਪਣੀ ਪੈਗੰਬਰੀ ਤੇ ਉੱਚੇ ਕਰਮਾਂ ਦੇ ਕਰਕੇ ਪੈਗੰਬਰ ਹੁੰਦਾ। ਉਹ ਕਹਿਣ ਲੱਗੇ ਇਹ ਤੇ ਖੁਦਾ ਦਾ ਸ਼ੁਕਰ ਹੈ ਵੀ ਹਜ਼ਰਤ ਮੁਹੰਮਦ ਸਾਹਿਬ ਦੀ ਤਸਵੀਰ ਸਾਡੇ ਕੋਲ ਨਹੀਂ ਹੈਗੀ,
नहीं तो बाकी मजहबां वांग उन एग्जाम्पल दे के कहन लगा हिंदुआं वांग सिखां वांग साडे मजहब की एनर्जी भी डिवाइड हो जानी सी। अद्धियां ने फोटोआं वाले बन्ने जाना सी, अद्धियां ने कुरान वाले बन्ने जाना सी। कहता हुण असीं अपने मजहब के लोगों को कहने ओए आओ सारे जाने इकट्ठे हो के अपने कोल हज़रत मुहम्मद साहब की तस्वीर नहीं हैगी, आपां हज़रत मुहम्मद साहब की लिखी हुई कुरान विचों वेखीए भी हज़रत साहब किहड़ियां ख्यालां दे मालक सन। इहनूं कहंदे ने धर्म दा पालन ते धर्म दे अनुशासन विच वज के रहना। कमाल नहीं, साडे गुरु साहिबान सारी उम्र ये कहंदे रहन भी हिंदू मूले भुल्ले अखुट्टी जाही, नारद कहया से पूज कराही, अंधे गूंगे अंध अंधार पाथरले पूजें मुगद गवार। पत्थर के बुत नूं पूजन वालियां नूं गुरु नानक ने मूर्ख आख्या होवे, अन्ने आख्या होवे भी अकल दे अन्ने ने, ते गुरु नानक दे सिख गुरु नानक दी फोटो बना लैण ते की कहोगे ये सियाणे ने अकल दे अन्ने ने। क्षमा करना, हो सकदा गल किसी नूं चुभ जाए। गुरु इनू कहंदे ने, वैसे विचारवाना ने आख्या भी जदों किसी मजहब नूं जजब करना होवे ना, अपने विच समाउणा होवे, खत्म करना होवे दुनिया तो, ਉਹਦੇ दो तीन तरीके ने। पहली गल है उन्हां दी व्याख्या दे विच रलेवा पाओ, यानी कि कुछ बंदे कुछ कहणगे कुछ कहणगे, एनर्जी डिवाइड हो जाएगी। दूजी गल है उन्हां नूं कन्फ्यूज करो, ते जे फिर भी नहीं टलदे तो फिर ऐसे बंदे दी विचारधारा नूं खत्म करने वास्ते बंदे नूं खत्म करो। ये तीन तरीके हुंदे ने। तो सानू भरमाया भी जा रहा, गुमराह भी किया जा रहा, साडियां व्याख्यावां ते साडे धर्म ग्रंथां च रलेवे भी पाए जा रहे हैं। ये सारा कुछ इसे दा हिस्सा। हुण मैं जिहड़ी बेनती कर रहा सा, गुरु ग्रंथ साहिब महाराज की बाणी कुछ है ते जिहड़ियां कहानियां कथा घड़ के साडे सामने लिआंदियां गईयां वो कुछ नहीं। हालांकि गुरमत ने कह दिता भी रब नूं इन्हां अखां दे नाल वेख्या नहीं जा सकदा, ये स्पष्ट है गल। पर तुसीं हैरान नहीं हुंदे कि बाबा शेख फरीद साहब की तस्वीर जिहड़ी साडे घर विच बण के ते पहुंची, बाबा शेख फरीद साहब एक मंजे ते लम्मे पए ने, सुक्की जी टाणी दे उत्ते कां बैठे ने, ते बाबा शेख फरीद साहब अपने अखां वाले बन्ने दो उंगलां इदां करके ते कहंदे ने भी कागां करंग ढंडोलिया सगला खाया मास, ये दोए नैना मत छूहो फिर देखन की आस। हुण हालांकि वो भावें फोटो बाबा शेख फरीद साहब दी नहीं हैगी, पर जस्टिफाई करने वास्ते सलोक इसे करके लिखा गया पढ़न वाले नूं होवे भी यही बाबा शेख फरीद साहब। हुण गल्लां विच दो चार विचारन वालियां ने। पहली गल अगलियां ने सिद्ध कर दित्ती ये गल भी जिहड़े बाबे शेख फरीद साहब की बाणी का रौला तुसीं पाउने हो ना, उन्होंने तो सारी उम्र यही नहीं पता लगा भी रब इन्हां अखां दे नाल वेख्या भी जांदा कि नहीं वेख्या जांदा। दूजी गल ये भी बाबा शेख फरीद साहब किसी आकार वाले रब की पूजा करते सन, क्योंकि इन्हां अखां दे नाल ते आकार ही वेख्या जा सकदा, निरंकार नहीं वेख्या जा सकदा। तीजी गल, जे आम जन सधारण मेरे वर्गे बंदे कोल भी बुढ़ेपे दे विच परवरिश करने वास्ते घर परिवार के मैंबर होणगे, बाबा शेख फरीद साहब जिहड़े एडे उच्चे सूफी फकीर सन कि बुढ़ेपे की उम्र दे विच उन्हां दे कोल कोई चेला बालका नहीं सी हैगा जिहड़ा कामां नूं उड़ा के दमका ही मार दिंदा, कोई नहीं सी हैगा। कि बाबा शेख फरीद साहब दा रब किते बाहर रहिंदा है? हुण गुरबाणी वाले पासे आओ, जिन्हां ने बाबा शेख फरीद साहब दा ये सलोक पढ़िया ना, कागां करंग ढंडोलिया सगला खाया मास, ये दोए नैना मत छूहो फिर देखन की आस, उन्होंने इस सलोक तो एक नंबर पहला सलोक नहीं पढ़िया, नहीं तो गल हल हो जानी सी। जिथे उन्होंने आख्या कागा चूंड ना पिंजरा बसे ता उडर जाए, जित पिंजरे मेरा शाह वसे मास ना तिदों खाए। रब किथे रहिंदा है? उन्हें आख्या वसी रब हयालीए जंगल क्या ढूंढे, रब तो मेरे हिरदे विच रहिंदा, ते जिहड़ा रब हिरदे विच रहिंदा उहनूं ये अखां किवें वेख सकदियां ने। तो सलोक दे भाव कुछ होर सी, पर साडी कथा कहानी जिहड़ी घड़ी सी ना, उन्हें बाणी की बेअदबी करके ते बाणी के सलोक नूं खंडन करके रखता। असीं विचारते नहीं है इस जगह ते बह के जे मैं भी तुहानूं कोई गप ते कथा कहानी सुना देवां ना, तो संगत विचों कुछ मेरे वर्गे श्रोते होणगे जिहड़े कहणगे सतनाम श्री वाहिगुरू। तो गल मनण विच आ गई। सतगुरु ने इसे करके आख्या सी बंदिया एक गल चेते च रखी, धर्म का कोई भी काम करें तो अपनी अकल की वरतों करी, रब ने तैनूं भी अकल दित्ती। ये नहीं भी किसी ने आख्या तो तू लकीर का फकीर बन के उन्होंने मान ही लवें भी बाबा जी इदां कहंदे सन। बाबा जी गलत भी तो कह सकते हैं ना। ये वेख भी अकाल पुरख वाहिगुरू की बख्शिश के रूप में जिहड़ी बाणी सानूं मिली है वो बाणी की कहंदी है। तो सतगुरु ने आख्या फिर रब नूं किवें वेखी, तो गुरु अंगद साहब महाराज का सलोक पढ़ो। सतगुरु उत्थे कहणगे अखीं बाजों वेखना बिन कन्ना सुनना,
ਪੈਰਾਂ ਬਾਝੋਂ ਚੱਲਣਾ, ਬਿਨ ਹੱਥਾਂ ਕਰਨਾ, ਜੀਭੇ ਬਾਝੋਂ ਬੋਲਣਾ, ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤਉ ਖਸਮੈ ਮਿਲਣਾ। ਆਖਿਆ ਮਹਾਰਾਜ ਉਹ ਅੱਖਾਂ, ਉਹ ਪੈਰ, ਫਿਰ ਹੱਥ ਕਿਹੜੇ ਨੇ ਜਿਨ੍ਹਾਂ ਦੇ ਨਾਲ ਰੱਬ ਨੂੰ ਵੇਖਿਆ ਜਾ ਸਕਦਾ, ਛੂਹਿਆ ਤੇ ਸਪਰਸ਼ ਕੀਤਾ ਜਾ ਸਕਦਾ। ਤੇ ਸਤਿਗੁਰੂ ਉੱਥੇ ਬਾਣੀ ਦੇ ਵਿੱਚ ਕਹਿਣਗੇ ਭੈ ਕੇ ਚਰਨ, ਕਿਉਂਕਿ ਇਹਨਾਂ ਪੈਰਾਂ ਦੇ ਨਾਲ ਤੁਰ ਕੇ ਤੂੰ ਰੱਬ ਕੋਲ ਜਾ ਥੋੜੀ ਸਕਦਾ। ਰੱਬ ਕਿਹੜਾ ਕਿਸੇ ਖਾਸ ਥਾਂ ਦੇ ਉੱਤੇ ਰਹਿੰਦਾ। ਰੱਬ ਨੂੰ ਮਿਲਣ ਵਾਸਤੇ ਕਿਹੜੇ ਪੈਰ ਚਾਹੀਦੇ ਨੇ? ਅਦਬ, ਰਿਸਪੈਕਟ ਹੋਣੀ। ਜੇ ਤੇਰੇ ਮਨ ਵਿੱਚ ਰੱਬ ਦੇ ਪ੍ਰਤੀ ਅਦਬ ਹੈ, ਰਿਸਪੈਕਟ ਹੈ, ਤੂੰ ਰੱਬ ਨੂੰ ਬੜੀ ਛੇਤੀ ਮਿਲ ਸਕਦਾ। ਦੂਜੀ ਗੱਲ ਆਖੀ ਕਰ ਭਾਵ ਕੇ, ਪ੍ਰੇਮ ਵਾਲੇ ਹੱਥ ਹੋਣ, ਬਿਨਾਂ ਪ੍ਰੇਮ ਤੋਂ ਰੱਬ ਨੂੰ ਮਿਲਿਆ ਨਹੀਂ ਜਾ ਸਕਦਾ। ਤੇ ਜਦੋਂ ਅੱਖਾਂ ਦੀ ਗੱਲ ਆਈ ਤਾਂ ਸਤਿਗੁਰੂ ਨੇ ਆਖਿਆ ਲੋਇਣ ਸੁਰਤ ਕਰੇ। ਇਹਨਾਂ ਅੱਖਾਂ ਨਾਲ ਨਹੀਂ, ਰੱਬ ਨੂੰ ਸੁਰਤ ਨਾਲ ਸਮਝਿਆ ਜਾ ਸਕਦਾ, ਅੱਖਾਂ ਨਾਲ ਵੇਖਿਆ ਨਹੀਂ ਜਾ ਸਕਦਾ। ਨਾਨਕ ਕਹੇ ਸਿਆਣੀਏ ਇਮ ਕੰਤ ਮਿਲਾਵਾ ਹੋਏ, ਤੋ ਇਹ ਨਿਰੰਕਾਰ ਹੈ। ਦੂਜਾ ਸ਼ਬਦ ਸਤਿਗੁਰੂ ਨੇ ਵਰਤਿਆ ਆਕਾਰ। ਹੁਣ ਕਮਾਲ ਹੈ, ਪਹਿਲਾਂ ਨਿਰੰਕਾਰ ਕਹਿ ਦਿੱਤਾ, ਹੁਣ ਆਕਾਰ ਕਹਿ ਦਿੱਤਾ। ਇਹਦੇ ਵਿੱਚ ਭੇਤ ਹੈ। ਪਹਿਲਾਂ ਆਖਿਆ ਵੀ ਰੱਬ ਨਿਰੰਕਾਰ ਹੈ, ਉਹਦਾ ਕੋਈ ਰੂਪ ਰੰਗ ਨਹੀਂ ਹੈਗਾ। ਤੇ ਦੂਜੇ ਵਿੱਚ ਆਖਿਆ ਆਕਾਰ। ਵੈਸੇ ਤੇ ਰੱਬ ਦਾ ਕੋਈ ਰੂਪ ਰੰਗ ਚੱਕਰ ਚਿੰਨ੍ਹ ਨਹੀਂ ਹੈਗਾ, ਪਰ ਅਸੀਂ ਜਿੰਨੇ ਵੀ ਆ ਨਾ, ਪਸ਼ੂ ਪੰਛੀ ਜੀਵ, ਇਹ ਸਭ ਰੱਬ ਦਾ ਹੀ ਆਕਾਰ। ਸੋਹਿਲਾ ਸਾਹਿਬ ਦੀ ਬਾਣੀ ਚ ਇਸੇ ਨੂੰ ਆਖਿਆ ਨਾ, ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ। ਹੇ ਅਕਾਲ ਪੁਰਖ ਵਾਹਿਗੁਰੂ, ਸਰਗੁਣ ਸਰੂਪ ਦੇ ਵਿੱਚ ਸਾਡੀਆਂ ਜਿੰਨੀਆਂ ਵੀ ਅੱਖਾਂ ਨਾ, ਉਹ ਸਾਰੀਆਂ ਤੇਰੀਆਂ ਹੀ ਅੱਖਾਂ। ਤੈਨੂੰ ਇਹ ਸੰਸਾਰ ਵੇਖਣ ਵਾਸਤੇ ਵੱਖਰੀਆਂ ਅੱਖਾਂ ਦੀ ਲੋੜ ਨਹੀਂ ਹੈਗੀ, ਇਹ ਵੀ ਤੇ ਤੇਰੀਆਂ ਹੀ ਆ। ਪਰ ਜੇ ਨਿਰਗੁਣ ਸਰੂਪ ਦੀ ਗੱਲ ਕਰੀਏ ਫਿਰ ਤੇਰੀ ਕੋਈ ਵੀ ਅੱਖ ਨਹੀਂ ਹੈਗੀ। ਤਾਂ ਸਤਿਗੁਰੂ ਨੇ ਆਖਿਆ ਆਕਾਰ। ਅਕਾਲ ਪੁਰਖ ਵਾਹਿਗੁਰੂ ਆਕਾਰ ਤੋਂ ਪਰੇ ਹੈ, ਉਹਦਾ ਕੋਈ ਆਕਾਰ ਨਹੀਂ ਹੈਗਾ। ਤੇ ਤੀਜੇ ਸ਼ਬਦ ਵਿੱਚ ਆਖਿਆ ਅਛਲ। ਅਛਲ ਕਹਿੰਦੇ ਨੇ ਜਿਹਨੂੰ ਛਲਿਆ ਨਾ ਜਾ ਸਕੇ, ਠੱਗਿਆ ਨਾ ਜਾ ਸਕੇ, ਧੋਖਾ ਨਾ ਦਿੱਤਾ ਜਾ ਸਕੇ। ਹੁਣ ਬੰਦਾ ਬੰਦੇ ਨੂੰ ਧੋਖਾ ਦੇ ਸਕਦਾ, ਤੁਸੀਂ ਮੈਨੂੰ ਧੋਖਾ ਦੇ ਸਕਦੇ ਹੋ, ਮੈਂ ਤੁਹਾਨੂੰ ਚੀਟ ਕਰ ਸਕਦਾ, ਫਰਾਡ ਕਰ ਸਕਦਾ ਕਿਸੇ ਨਾਲ, ਪਰ ਰੱਬ ਨਾਲ ਵੀ ਕੋਈ ਧੋਖਾ ਕਰ ਸਕਦਾ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਆਖਿਆ ਹਾਂ, ਲੋਕ ਲੱਗੇ ਹੋਏ ਨੇ ਧੋਖਾ ਕਰਨ ਵਾਸਤੇ। ਹਾਲਾਂਕਿ ਧੋਖਾ ਕੀਤਾ ਨਹੀਂ ਜਾ ਸਕਦਾ, ਪਰ ਗੁਰੂ ਗ੍ਰੰਥ ਸਾਹਿਬ ਨੇ ਆਖਿਆ ਲੋਕ ਬਹੁਤ ਵੱਡੇ ਪੱਧਰ ਤੇ ਲੱਗੇ ਨੇ ਗੁਰੂ ਨੂੰ ਤੇ ਰੱਬ ਨੂੰ ਧੋਖਾ ਦੇਣ ਵਾਸਤੇ। ਕਿਵੇਂ? ਤੇ ਸਤਿਗੁਰੂ ਨੇ ਬੜੀ ਕੀਮਤੀ ਬਾਤ ਉੱਤੇ ਆਖੀ। ਇਹਨੂੰ ਪਹਿਲਾਂ ਆਪਣੇ ਜੀਵਨ ਦੇ ਵਿੱਚੋਂ ਸਮਝੀ, ਸਮੇਤ ਮੇਰੇ, ਮੈਂ ਵੀ ਤੁਹਾਡੇ ਵਿੱਚ ਹੀ ਸ਼ਾਮਲ ਹਾਂ। ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਕਰਦੇ ਹਾਂ ਤੇ ਸਾਨੂੰ ਏਦਾਂ ਪ੍ਰਤੀਤ ਹੁੰਦਾ ਵੀ ਮਹਾਰਾਜ ਨਾ ਬਹੁਤ ਨੇੜੇ ਹੋ ਕੇ ਤੇ ਮੇਰੀ ਅਰਦਾਸ ਸੁਣ ਰਹੇ। ਏਦਾਂ ਪ੍ਰਤੀਤ ਹੁੰਦਾ ਨਾ, ਜਦੋਂ ਮੈਂ ਬੜੀ ਪ੍ਰੋਬਲਮ ਦੇ ਵਿੱਚ ਹੋਵਾਂ, ਟਰਬਲ ਵਿੱਚ ਹੋਵਾਂ, ਤੇ ਮੈਂ ਆਪਣੇ ਆਪ ਨੂੰ ਗੁਰੂ ਸਾਹਿਬ ਦੇ ਸਾਹਮਣੇ ਖੜਾ ਕਰਕੇ ਤੇ ਅਰਦਾਸ ਕਰਦਾ, ਉਦੋਂ ਮੈਨੂੰ ਇਹ ਲੱਗਦਾ ਵੀ ਰੱਬ, ਗੁਰੂ ਗ੍ਰੰਥ ਸਾਹਿਬ ਮਹਾਰਾਜ ਬਹੁਤ ਨੇੜੇ ਹੋ ਕੇ ਮੇਰੀ ਅਰਦਾਸ ਸੁਣ ਰਹੇ। ਪਰ ਉਹੀ ਬੰਦਾ ਜਦੋਂ ਪਾਪ ਦਾ ਕੰਮ ਕਰਦਾ, ਗਲਤ ਕੰਮ ਕਰਦਾ, ਚੋਰੀ ਯਾਰੀ ਤੇ ਬੇਈਮਾਨੀ ਕਰਦਾ, ਉਦੋਂ ਉਹਨੂੰ ਏਦਾਂ ਕਿਉਂ ਲੱਗਦਾ ਵੀ ਹੁਣ ਰੱਬ ਬਹੁਤ ਦੂਰ ਆ ਤੇ ਮੈਨੂੰ ਵੇਖ ਨਹੀਂ ਰਿਹਾ? ਉਦੋਂ ਏਦਾਂ ਕਿਉਂ ਹੁੰਦਾ? ਕਮਾਲ ਆ। ਅਰਦਾਸ ਕਰਨ ਲੱਗਿਆ ਰੱਬ ਨੂੰ ਨੇੜੇ ਸਮਝਦਾ, ਤੇ ਬੇਈਮਾਨੀ ਤੇ ਚੋਰੀ ਚਕਾਰੀ ਕਰਨ ਲੱਗਿਆ ਰੱਬ ਤੇ ਉਹੀ ਹੈ। ਜੇ ਪਹਿਲਾਂ ਨੇੜੇ ਸੀ ਤੇ ਹੁਣ ਦੂਰ ਕਿਵੇਂ ਹੋ ਗਿਆ? ਇਸ ਨੂੰ ਸਤਿਗੁਰੂ ਨੇ ਆਖਿਆ ਨਿਕਟ ਬੁੱਝੇ ਸੋ ਬੁਰਾ ਕਿਉਂ ਕਰੇ। ਬੰਦਿਆ, ਜੇ ਤੂੰ ਰੱਬ ਨੂੰ ਨੇੜੇ ਸਮਝਦਾ ਹੁੰਦਾ ਤੇ ਮਾੜਾ ਕੰਮ ਕਰਦਾ ਹੀ ਕਿਉਂ? ਤੂੰ ਮਾੜਾ ਕੰਮ ਇਸੇ ਕਰਕੇ ਕੀਤਾ, ਤੈਨੂੰ ਇਹ ਲੱਗਾ ਮੈਨੂੰ ਕਿਹੜਾ ਕੋਈ ਵੇਖ ਰਿਹਾ, ਤੂੰ ਕਰੋ। ਨਿਕਟ ਬੁੱਝੇ ਸੋ ਬੁਰਾ ਕਿਉਂ ਕਰੇ, ਬਿਖ ਸੰਚੈ ਨਿਤ ਡਰਤਾ ਫਿਰੇ। ਜੇ ਧੰਦੇ ਮੈਂ ਉਹ ਲਪਟਾਏ, ਉਹਨ ਤੇ ਦੁਗਣ ਦਿੜੀ ਉਹਨ ਮਾਏ। ਜਿਹੜਿਆਂ ਚੱਕਰਾਂ 'ਚ ਤੂੰ ਪਿਆ ਹੋਇਆ ਨਾ, ਇਹ ਤੇਰੇ ਵਾਸਤੇ ਮੁਸੀਬਤ ਜ਼ਾਤੇ, ਤੇਰੇ ਵਾਸਤੇ ਮੁਸੀਬਤ ਪੈਦਾ ਕਰਨਗੀਆਂ ਚੀਜ਼ਾਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਸੇ ਪੱਖ ਤੋਂ ਬਾਣੀ 'ਚ ਬਾਰ-ਬਾਰ ਗੱਲ ਕਰਦੇ ਨੇ ਵੀ ਸੰਸਾਰ ਦੀ ਬਹੁਤ ਵੱਡੀ ਗਿਣਤੀ ਜਿਹੜੀ ਆ ਨਾ, ਉਹ ਰੱਬ ਨੂੰ ਧਰਮ ਦੇ ਨਾਮ ਦੇ ਉੱਤੇ, ਧਾਰਮਿਕ ਬਾਣੀਆਂ ਦੇ ਨਾਮ ਦੇ ਉੱਤੇ, ਧਾਰਮਿਕ ਭੇਖਾਂ ਤੇ ਲਿਬਾਸਾਂ ਦੇ ਨਾਮ ਦੇ ਉੱਤੇ ਗੁੰਮਰਾਹ ਕਰਨਾ ਚਾਹੁੰਦੀ ਹੈ। ਪਰ ਲੋਕ ਭੁੱਲ ਜਾਂਦੇ ਨੇ ਕਿਆ ਜਪ, ਕਿਆ ਤਪ, ਕਿਆ ਬ੍ਰਤ ਪੂਜਾ, ਜਾ ਕੇ ਹਿਰਦੇ ਭਾਉ ਹੈ ਦੂਜਾ। ਰੇ ਮਨ ਮਾਧੋ ਸਿਉ ਲਾਈਏ ਚਤੁਰਾਈ ਨਾ ਚਤੁਰਭੁਜ। ਚਲਾਕੀਆਂ ਨਾਲ ਰੱਬ ਨਹੀਂ ਮਿਲਦੇ, ਤੂੰ ਕਰਦਾ ਹੈ ਚਲਾਕੀਆਂ, ਪਰ ਇਹਨਾਂ ਚਲਾਕੀਆਂ ਨਾਲ ਰੱਬ ਨਹੀਂ ਮਿਲਦਾ। ਮੈਨੂੰ ਘਟਨਾ ਯਾਦ ਆਈ, ਕਿਸੇ ਨੇ ਨਾ ਆਪਣੇ ਘਰ ਦੇ ਵਿੱਚ ਅਖੰਡ ਪਾਠ ਸਾਹਿਬ ਕਰਵਾਉਣਾ ਸੀ। ਵੈਸੇ ਤੇ ਗੁਰਮਤ ਮਰਿਆਦਾ ਦੇ ਮੁਤਾਬਕ ਉੱਥੇ ਲਿਖਿਆ ਹੋਇਆ ਵੀ ਹਰ ਸਿੱਖ ਵਸ ਲੱਗੇ ਤੇ ਆਪਣਾ ਸਹਿਜ ਪਾਠ ਆਪ ਕਰੇ। ਅਖੰਡ ਪਾਠ ਦੇ ਬਾਰੇ ਲਿਖਿਆ ਵੀ ਭੀੜ ਪੈਣ ਵੇਲੇ, ਜਦੋਂ ਸਾਡੇ ਕੋਲ ਦਿਨਾਂ ਦੀ ਗਿਣਤੀ ਥੋੜੀ ਹੋਵੇ ਤੇ ਕੰਮ ਛੇਤੀ ਕਰਨਾ ਹੋਵੇ, ਉਦੋਂ ਅਸੀਂ ਅਖੰਡ ਪਾਠ ਕਰਵਾ ਵੀ ਸਕਦੇ ਹਾਂ ਤੇ ਕਰ ਵੀ ਸਕਦੇ ਹਾਂ। ਤਾਂ ਕਿਸੇ ਸੱਜਣ ਨੇ ਆਪਣੇ ਘਰ ਵਿੱਚ ਅਖੰਡ ਪਾਠ ਕਰਾਉਣਾ ਸੀ। ਭਾਈ ਸਾਹਿਬ ਜਿਸ ਵੇਲੇ ਪਿੰਡਾਂ ਦੇ ਵਿੱਚ ਹੁੰਦਾ ਨਹੀਂ ਸਮੱਗਰੀ ਲਿਖਣ ਵਾਸਤੇ ਆਉਂਦੇ, ਤਾਂ ਆਪਣੇ ਪਿੰਡਾਂ ਦਾ ਰਿਵਾਜ ਹੈ, ਕਿਉਂਕਿ ਲੋਕ ਇੰਨੇ ਐਜੂਕੇਟਡ ਨਹੀਂ ਹੈਗੇ, ਮਰਿਆਦਾ ਨਹੀਂ ਪਹੁੰਚੀ,
तो उत्थे फिर कुंभ जोत नारियल ये सारा जिहड़ा मसाला लिखवाया जाता भाई साहब नूं। हालांकि गुरमत मर्यादा मुताबक यह है भी अखंड पाठ करने वाले सिंह होण, कमरा साफ सुथरा होवे, विछाई कीती होवे, पाठी सिंह पाठ करन ते टब्बर दे जी बह के सुणन, बस इन्नी मर्यादा, बड़ी सौखी जी। तो जिस वेले टब्बर दे जी इकट्ठे होए ना तो इन्होंने भाई साहब ने एक रिक्वेस्ट की, बेनती कहने लगे भाई साहब बेनती इदां है, साडे घर विच जिहड़े पाठी सिंह आउण ना वो बड़े सुचज्जे सियाणे ते उच्ची बोल के पाठ करन वाले होण ते बाणी की जानकारी रखते होण, शुद्ध पाठ कहने का भाव शुद्ध पाठ करने वाले होण। भाई साहब नूं बड़ी खुशी हुई, कहने लगे चलो कोई तो सियाणा निकलिया, कोई तो है जिहड़ा पाठ सुनना चाहुंदा, अज दे जमाने च किहदे कोल इन्ना वक्त है। भाई साहब ने बड़ी मेहनत की, बड़ा संघर्ष किया, पिंडां दे विच फिर फिर के ते 5 बंदे जिहड़े सी ओह लभे जिहड़े बाणी की जानकारी भी रखते सन, उच्ची बोल के पाठ भी कर सकते सी ते सुणा भी सकते सी। चलो दिन आया, पाठ आरंभ होया, पाठी सिंघां ने पाठ करना आरंभ किया पर कोई नेड़े ना आया। हुण एक दिन जिस दिन आरंभ किया सी उह दिन भी बीत गया ते दूजे दिन की शाम भी पै गई। भाई साहब के मन में आया कि कमाल हो गई, इन्हां ने डिमांड ते इदां कीती सी कि जिवें सारे टब्बर दे जीआं ने काम कार छड्ड के ते कोल बह के पाठ सुनना होवे, पर नेड़े ते कोई भी नहीं आया। परिवार के जीआं नूं बुलाया, कहण लगे जी तुसीं ते बड़ी डिमांड कीती सी भी शुद्ध पाठ करने वाले, उच्ची बोल के सुनाउण वाले पाठी होण, ते तुसीं ते नेड़े नहीं बैठे, वजह की है? वो कहण लगे जी वो तो असीं तां आख्या सी भी पाठी पाठ शुद्ध करनगे ते सानूं फल मिलेगा। आख्या हद हो गई, ते जे पाठी पाठ गलत करन ते कहंदे फिर पाठियां नूं पाप लगेगा। हुण गल्लां दो हो गईयां भी जे ते पाठी पाठ शुद्ध करदे आ ते फिर सानूं फल मिलेगा क्योंकि असीं पैसे जो देने, ते जे पाठी पाठ गलत करदे आ ते फिर पाप उन्हां नूं, पाप पाठियां वल जाएगा ते पुन साडे वल, जां ते अद्धा अद्धा कर लईए भी भाई साहब पुन भी अद्धा अद्धा ते पाप भी अद्धा अद्धा। तो असीं चलाक हाँ ज़्यादे। ਅਸੀਂ ਜਦੋਂ ਧਰਮ ਨੂੰ ਇੱਕ ਧੰਦੇ ਦੇ ਰੂਪ 'ਚ ਵੇਖਦੇ ਆ ਨਾ, ਬਿਜ਼ਨਸ ਦੇ ਰੂਪ ਦੇ ਵਿੱਚ, ਉਦੋਂ ਕੋਈ ਵੀ ਧਰਮ ਗ੍ਰੰਥ ਤੇ ਕੋਈ ਵੀ ਧਰਮ ਕਾਰਜ ਸਾਡੀ ਸੁਰਤ ਉੱਤੇ ਨਾ ਪ੍ਰਭਾਵ ਹੀ ਪਾ ਸਕਦਾ ਤੇ ਨਾ ਸਾਡੇ ਜੀਵਨ ਨੂੰ ਬਦਲ ਸਕਦਾ। ਇਸੇ ਨੂੰ ਸਤਿਗੁਰੂ ਨੇ ਬਾਣੀ 'ਚ ਆਖਿਆ, ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲਾਉਣਾ ਜਾਣਾ। ਅਸੀਂ ਰੱਬ ਨੂੰ ਖਿਡਾਵਾ ਸਮਝਦੇ ਹਾਂ, ਚਲਾਕ ਜੂ ਹਾਂ, ਬਹੁਤ ਚਲਾਕ ਹਾਂ। ਸਾਨੂੰ ਲੱਗਦਾ ਵੀ रब की चीज़ है साडे सामने, धर्म की चीज़ है, बंदे कोल पैसा होना चाहिए, धर्म तो खरीदे जाते हैं, पर भुलेखे च असीं धर्म नहीं खरीदे जाते। धर्म नहीं, जे धर्म खरीदिया जाता ना तो जिहड़े अमीर लोग ने धर्म नूं उन्होंने अपनियां तजोरियां च ते रब नूं अपनियां तजोरियां च बंद कर लेना सी ते गरीबां दीयां लाइनां लग जाणियां सन। तो असीं रब नूं खिडौना समझ के ते खेडना चाहुंदे हां, पर सतगुरु सच्चे पातशाह महाराज ने आख्या एक गल चेते विच रखी, लोक पतीने कछू ना होवे ना ही राम इयाना। लोकां नूं खुश कर सकदा तू अपनियां चलाकियां अडंबरां ते भेखां द्वारा, रब नूं गुमराह नहीं कीता जा सकदा। वो ते अंतरजामी, वो तेरे दिल दी गल समझण वाला भी तेरे अंदर चल की रिहा। तू समाधियां ला के लोकां नूं गुमराह कर सकदा, रब नूं नहीं कर सकदा। तू हाथ विच माला दे मणके फेर के लोकां नूं गुमराह कर सकदा, रब नूं नहीं कर सकदा। वो बड़ा सुगड़ सियाणा है, बड़ा दाना है। तो इसे करके शब्द वरत्या अछाड़। अछाड़ मतलब उस रब नूं छड़िया नहीं जा सकता, धोखा नहीं दिता जा सकता, क्योंकि उत्थे सतगुरु बड़े स्पष्ट होकर कहणगे, छोड़ो वेस भेख चतुराई दुविधा ए फल नाही जीव। इदां तो रब नूं मिल नहीं सकता, अपना वेस ते भेख छड्ड दे। गुरु नानक कहणगे, सहस सियाणपां लख होए तां एक ना चले नाल। तेरी रब दे अगे एक नहीं चलनी, क्योंकि वह छल है। निरंकार आकार अछड़, अगे शब्द वरत्या पूर्ण अविनाशी। वो समुची कायनात विच एक रस व्यापक भी है ते अविनाशी का मतलब है नाश तो रहत भी है। वो जमन मरण विच नहीं होता, क्योंकि निरंकार जू है। जमदा मरदा कौन है? आकार। उन्होंने गुरु अर्जन साहब कहणगे, घटंत रूपम, रूप घटदे ने, यानी कि रूप मर जाता। जे असीं आखे ना सानू रब ने आण के दर्शन दिते इस रूप दे विच, ते गुरु अर्जन साहब कहणगे नहीं नहीं, फिर तुहाडा रब मरेगा, निश्चित ही मरेगा, ते तो एक दे मरण तो बाद तुहानूं दूजा रब फिर बनाउणा पएगा। तो लोग बना रहे ने, साडे जी फलाणे महापुरख ने, तो महापुरख मरदे ने ते फिर दूजे महापुरख आ जांदे ने। साडे फलाणे महाराज ने, वो महाराज हमेशा नहीं रहणगे। जिन्हों असीं रब मन के बैठे ना, उहदा रूप है। ते गुरु अर्जन साहब ने आख्या रूप हमेशा मरदे ने, रंग हमेशा मरदे ने, आकार हमेशा मरदे ने,
ਘਟੰਤ ਰੂਪੰ ਘਟੰਤ ਦੀਪੰ ਘਟੰਤ ਰਵ ਸਸਿਅਰ ਨਖੇਤਰ ਗਗਨੰ ਘਟੰਤ ਬਸੁਦਾ ਗਿਰ ਤਰਸ ਖੰਡਨ ਘਟੰਤ ਲਲਣਾ ਸੁਤ ਭਰਾਤ ਹੀਤੰ। ਇੱਕੋ ਚੀਜ਼ ਜਿਹੜੀ ਨਹੀਂ ਘਟਦੀ, ਆਖਿਆ ਨਹਿ ਘਟੰਤ ਕੇਵਲ ਗੋਪਾਲ ਅਚੁੱਤ। ਗੋਪਾਲ ਨਹੀਂ ਘਟਦਾ ਕਿਉਂਕਿ ਗੋਪਾਲ ਆਕਾਰ ਨਹੀਂ ਹੈ, ਗੋਪਾਲ ਨਿਰੰਕਾਰ ਹੈ। ਨਹਿ ਘਟੰਤ ਕੇਵਲ ਗੋਪਾਲ ਅਚੁੱਤ ਅਸਥਿਰੰ ਨਾਨਕ ਸਾਧ ਜਨ। ਇਸ ਕਰਕੇ ਗੁਰਮਤਿ ਨੇ ਜਿਸ ਰੱਬ ਦੀ ਬਾਤ ਪਾਈ ਹੈ ਨਾ, ਆਖਿਆ ਉਹ ਨਾ ਆਕਾਰ ਵਿੱਚ ਹੈ, ਨਾ ਉਹਨੂੰ ਸਥਾਪਿਤ ਕੀਤਾ ਜਾ ਸਕਦਾ, ਨਾ ਉਹਨੂੰ ਘੜਿਆ ਜਾ ਸਕਦਾ, ਨਾ ਉਹਨੂੰ ਬਣਾਇਆ ਜਾ ਸਕਦਾ, ਤੇ ਨਾ ਉਹ ਮੁਸੀਬਤ ਜਦ ਹੈ। ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ। ਉਹ ਨਿਰੰਜਨ ਹੈ, ਮਾਇਆ ਦੇ ਪ੍ਰਭਾਵ ਤੋਂ ਮੁਕਤ ਹੈ, ਬੜੀ ਉੱਚੀ ਹਸਤੀ ਦਾ ਮਾਲਕ ਹੈ। ਤਾਂ ਅਵਿਨਾਸ਼ੀ ਦਾ ਮਤਲਬ ਹੈ ਜਿਹੜਾ ਜੰਮਦਾ ਮਰਦਾ ਨਹੀਂ। ਉਹਨੂੰ ਸਤਿਗੁਰੂ ਕਹਿਣਗੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਨਾਮ ਮੇਰਾ ਰੱਬ ਜੰਮਦਾ ਹੈ ਨਾ ਮਰਦਾ ਹੀ, ਉਹ ਹਮੇਸ਼ਾ ਕਾਇਮ ਰਹਿੰਦਾ। ਹਾਂ, ਸਾਡੇ ਬਣਾਏ ਭਗਵਾਨ ਜਿਹੜੇ ਨੇ, ਫਲਾਣੇ ਭਗਵਾਨ ਜੀ ਨੇ, ਫਲਾਣੇ ਭਗਵਾਨ ਜੀ ਨੇ, ਉਹ ਜੰਮੇ ਵੀ ਸਨ, ਇੱਕ ਵਕਤ ਪਾ ਕੇ ਉਹ ਮਰੇ ਵੀ, ਤੇ ਸੰਸਾਰ ਵਿੱਚ ਜਦੋਂ ਜਨਮ ਲੈ ਕੇ ਆਏ, ਲੋਕਾਂ ਨਾਲ ਜੰਗ ਤੇ ਯੁੱਧ ਕੀਤੇ, ਤੇ ਮੁਸੀਬਤ ਜਦ ਵੀ ਹੋਈ, ਸੰਕਟ ਵਿੱਚ ਵੀ ਪਏ। ਆਖਿਆ ਰੱਬ ਨਹੀਂ ਮਰਦਾ, ਅਬਿਨਾਸ਼ੀ। ਤੋ ਸਾਹਿਬ ਨੇ ਅੱਗੇ ਆਖਿਆ ਹਰਖਵੰਤ। ਹਰਖਵੰਤ ਦਾ ਮਤਲਬ ਕੀ ਹੈ? ਹਮੇਸ਼ਾ ਚੜ੍ਹਦੀ ਕਲਾ ਤੇ ਵਿਕਾਸ ਵਿੱਚ ਰਹਿਣ ਵਾਲਾ, ਖੁਸ਼। ਸਾਡਾ ਜਿਹੜਾ ਰੱਬ ਹੈ ਨਾ, ਉਹ ਵੇ ਪ੍ਰਵਾਹ ਹੈ। ਗੁਰਬਾਣੀ ਨੇ ਆਖਿਆ ਨਹੀਂ, ਹੁਕਮ ਹੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪ੍ਰਵਾਹ। ਵਿਗਸੇ ਦਾ ਮਤਲਬ ਹੈ ਖੁਸ਼ ਹੋਣਾ, ਤੇ ਵੇ ਪ੍ਰਵਾਹ ਦਾ ਮਤਲਬ ਹੈ ਉਹ ਲੋਕਾਂ ਦੀ ਪਰਵਾਹ ਨਹੀਂ ਕਰਦਾ। ਦੋ ਚੀਜ਼ਾਂ ਨੇ, ਇੱਕ ਹੁੰਦਾ ਹੈ ਲਾਪਰਵਾਹ ਹੋਣਾ, ਇੱਕ ਹੁੰਦਾ ਬੇਪਰਵਾਹ ਹੋਣਾ। ਲਾਪਰਵਾਹੀ ਕੀ ਹੈ? ਵੀ ਮੈਨੂੰ ਮੇਰੇ ਘਰਦਿਆਂ ਨੇ ਆਖਿਆ ਵੀ ਅਸੀਂ ਕਿਤੇ ਪਾਰਟੀ 'ਚ ਚੱਲੇ ਹਾਂ ਤੇ ਤੂੰ ਆਉਣ ਲੱਗੇ, ਸਾਡੇ ਮਗਰੋਂ ਸਾਰਾ ਕੰਮ ਸੰਭਾਲ ਲਈ, ਡੰਗਰਾਂ ਨੂੰ ਪੱਠੇ ਵੀ ਪਾ ਦੀ, ਝਾੜੂ ਪੋਚੇ ਦਾ ਕੰਮ ਵੀ ਕਰਦੀ, ਭਾਂਡੇ ਵੀ ਸਾਫ਼ ਕਰਦੀ, ਤੇ ਮੈਂ ਕੱਖ ਵੀ ਨਾ ਕਰਾਂ। ਇਹ ਕੀ ਹੈ? ਇਹ ਲਾਪਰਵਾਹੀ ਹੈ। ਮੈਂ ਆਪਣੀ ਜ਼ਿੰਮੇਵਾਰੀ ਨਹੀਂ ਸੰਭਾਲੀ। ਤੇ ਬੇਪਰਵਾਹ ਹੋਣਾ ਕੀ ਹੈ? ਮੈਂ ਆਪਣੀ ਜ਼ਿੰਮੇਵਾਰੀ ਸੰਭਾਲ ਰਿਹਾ ਤੇ ਮੈਨੂੰ ਮੇਰਾ ਕੰਮ ਕਰਦਿਆਂ ਕੋਈ ਆ ਕੇ, ਮੰਨ ਲਓ ਮੈਂ ਆਫਿਸ ਦੇ ਵਿੱਚ ਜੌਬ ਕਰਦਾ ਤੇ ਮੈਨੂੰ ਪਾ ਕੇ ਉੱਥੇ 10 ਵਰਕਰ ਨੇ, ਜਿਹੜੇ 10 ਇੰਪਲੋਈ ਨੇ ਜਿਹੜੇ ਕੰਮ ਕਰਦੇ ਨੇ, ਤੇ 9 ਬੰਦੇ ਇਕੱਠੇ ਹੋ ਕੇ ਮੈਨੂੰ ਆਖਣ ਵੀ ਜਦੋਂ ਸਾਡੇ ਕੋਲ ਕੋਈ ਬੰਦਾ ਕੰਮ ਕਰਾਉਣ ਆਉਂਦਾ ਨਾ, ਅਸੀਂ ਸਰਕਾਰੀ ਤਨਖਾਹ ਤੋਂ ਇਲਾਵਾ ਇੰਨੀ ਰਿਸ਼ਵਤ ਵੀ ਲੈਂਦੇ ਹਾਂ, ਤੂੰ ਇਕੱਲਾ ਨਹੀਂ ਲੈਂਦਾ, ਤੂੰ ਵੀ ਲਿਆ ਕਰ। ਤੇ ਮੈਂ ਉੱਥੇ ਬੇਪਰਵਾਹ ਹੋ ਕੇ ਆਖਾਂ ਵੀ ਮੈਨੂੰ ਤੁਹਾਡੇ ਨਾਲ ਕੋਈ ਫਰਕ ਨਹੀਂ ਪੈਂਦਾ, ਤੁਸੀਂ ਲੈਣੀ ਹੈ ਤੇ ਲਓ, ਮੈਂ ਇਹਨਾਂ ਕੰਮਾਂ 'ਚ ਨਹੀਂ ਪੈਂਦਾ। ਇਹ ਕੀ ਹੈ? ਬੇਪਰਵਾਹ ਹੋਣਾ। ਯਾਨੀ ਕਿ ਮੈਂ 9 ਬੰਦਿਆਂ ਦੀ ਵੀ ਪਰਵਾਹ ਨਹੀਂ ਕੀਤੀ, ਇਹ ਬੇਪਰਵਾਹੀ ਹੈ। ਆਖਿਆ ਰੱਬ ਬੜਾ ਬੇਪਰਵਾਹ ਹੈ। ਲੋਕ ਉਹਦੇ ਹੁਕਮ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਸਕਦੇ, ਉਹ ਐਡਾ ਬੇਪਰਵਾਹ ਹੈ। ਲੋਕ ਉਹਦੇ ਬਾਰੇ ਕੀ ਸੋਚਦੇ ਨੇ, ਲੋਕ ਉਹਨੂੰ ਗਾਲਾਂ ਵੀ ਕੱਢਣ, ਜੋ ਮਰਜ਼ੀ ਕਹਿਣ, ਪਰ ਉਹਦੇ ਅਸੂਲ ਬੜੇ ਪੱਕੇ ਨੇ। ਰੱਬ ਨੂੰ ਗਾਲ ਕੱਢ ਕੇ ਵੀ ਜ਼ਮੀਨ ਵਿੱਚ ਬੀਜ ਬੀਜੋਗੇ ਨਾ, ਉਗਾ ਉਹਨੇ ਫਿਰ ਦੇਣਾ। ਧਰਤੀ ਨੂੰ ਗਾਲ ਕੱਢ ਕੇ, ਧਰਤੀ ਉੱਤੇ ਥੁੱਕ ਕੇ ਵੀ ਤੁਸੀਂ ਬੀਜ ਬੀਜੋਗੇ ਨਾ, ਧਰਤੀ ਦਾ ਸੁਭਾਅ ਹੈ, ਉਹ ਤੁਹਾਡੇ ਨਾਲ ਵਿਤਕਰਾ ਨਹੀਂ ਕਰਦੀ, ਉਹਨੇ ਬੀਜ ਪੈਦਾ ਕਰ। ਉਹ ਐਡੀ ਬੇਪਰਵਾਹ ਹੈ। ਰੱਬ ਦੇ ਅਸੂਲ ਬੜੇ ਬੇਪਰਵਾਹ ਨੇ, ਇਸ ਕਰਕੇ ਉਹ ਖੁਸ਼ ਰਹਿੰਦਾ, ਉਹਨੂੰ ਤੁਹਾਡੇ ਨਾਲ ਫਰਕ ਨਹੀਂ ਪੈਂਦਾ। ਸਤਿਗੁਰੂ ਇਸੇ ਕਰਕੇ ਬਾਣੀ 'ਚ ਕਈ ਥਾਵਾਂ ਤੇ ਕਹਿੰਦੇ ਨੇ ਨਾ, ਸਤਿਗੁਰ ਮੇਰਾ ਬੇਮੁਹਤਾਜ, ਸਤਿਗੁਰ ਮੇਰੇ ਸੱਚਾ ਸਾਜ, ਸਤਿਗੁਰ ਮੇਰੇ ਕੀ ਵਡਿਆਈ, ਪ੍ਰਗਟ ਭਈ ਹੈ ਸਭਨੀ ਥਾਈਂ, ਗੁਰ ਜੈਸਾ ਨਾਹੀ ਕੋ ਦੇਵ। ਕੌਣ ਹੈ ਮੇਰੇ ਰੱਬ ਵਰਗਾ? ਉਹ ਤੇ ਬੜਾ ਬੇਮੁਹਤਾਜ ਹੈ। ਉਹ ਕਿਸੇ ਤੇ ਡਿਪੈਂਡ ਨਹੀਂ ਵੀ ਲੋਕ ਉਹਦੀ ਚਾਪਲੂਸੀ ਕਰਨ, ਉਹਨੂੰ ਵੱਡਾ ਕਹਿਣ। ਹਾਂ, ਜੇ ਉਹਨੂੰ ਕਿਸੇ ਨੇ ਵੱਡਾ ਆਖਿਆ ਨਾ, ਤੇ ਚਾਪਲੂਸੀ ਕਰਕੇ ਨਹੀਂ ਆਖਿਆ, ਉਹ ਸੱਚਮੁੱਚ ਹੀ ਬਹੁਤ ਵੱਡਾ ਸੀ ਤਾਂ ਆਖਿਆ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸਮਾਏ। ਸੱਚਮੁੱਚ ਹੀ ਬਹੁਤ ਵੱਡਾ। ਤੋ ਸਤਿਗੁਰੂ ਨੇ ਆਖਿਆ ਹਰਖਵੰਤ ਆਨੰਤ ਰੂਪ, ਹੇ ਅਕਾਲ ਪੁਰਖ ਵਾਹਿਗੁਰੂ, ਤੇਰਾ ਜਿਹੜਾ ਰੂਪ ਹੈ ਨਾ, ਉਹ ਬਹੁਤ ਵੱਡਾ ਹੈ। ਤੇਰਾ ਜਿਹੜਾ ਪਸਾਰਾ ਹੈ ਨਾ, ਉਹਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਤੂੰ ਬੜਿਆਂ ਗੁਣਾਂ ਦਾ ਮਾਲਕ ਹੈ, ਤੇਰੇ ਅੰਦਰ ਬੜੇ ਗੁਣ ਨੇ। ਤੋ ਸਾਹਿਬ ਨੇ ਆਖਿਆ ਨਿਰਮਲ ਬਿਗਾਸੀ। ਨਿਰਮਲ ਦਾ ਮਤਲਬ ਕੀ? ਮੈਲ ਤੋਂ ਰਹਿਤ। ਤੇ ਵਿਗਾਸੀ ਦਾ ਮਤਲਬ ਹੈ ਪੂਰਨ ਖਿੜਾਓ, ਖਿੜਿਆ ਹੋਇਆ ਵਿਗਾਸ ਵਿੱਚ। ਉਹ ਮੈਲ ਤੋਂ ਰਹਿਤ ਹੈ, ਉਹਦੇ ਵਿੱਚ ਕੋਈ ਮੈਲ ਨਹੀਂ ਹੈਗੀ। ਅਕਾਲ ਪੁਰਖ ਵਾਹਿਗੁਰੂ ਦੇ ਕਿਰਦਾਰ ਦੇ ਉੱਤੇ ਕੋਈ ਦਾਗ ਤੇ ਧੱਬਾ ਨਹੀਂ ਹੈਗਾ। ਇਸੇ ਕਰਕੇ ਪੜ੍ਹਦੇ ਹਾਂ ਨਾ ਆਪਾਂ, ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਅਨੀਲ ਦਾ ਮਤਲਬ ਕੀ ਹੈ? ਉਹਦੇ ਉੱਤੇ ਕੋਈ ਧੱਬਾ ਨਹੀਂ ਹੈਗਾ। ਤੇ ਜੁਗ ਜੁਗ ਏਕੋ ਵੇਸ ਦਾ ਮਤਲਬ ਹੈ ਉਹ ਹਰ ਸਮੇਂ 'ਚ ਇੱਕੋ ਜਿਹਾ ਰਹਿੰਦਾ, ਕਦੇ ਕ੍ਰੋਧੀ ਨਹੀਂ ਹੁੰਦਾ, ਕਦੇ ਗੁੱਸੇ 'ਚ ਨਹੀਂ ਹੁੰਦਾ, ਕਦੇ ਉਹ ਟਰਬਲ ਨਹੀਂ ਹੁੰਦਾ, ਕਦੇ ਉਹ ਇਰੀਟੇਟ ਨਹੀਂ ਹੁੰਦਾ। ਉਹ ਹਰ ਵੇਲੇ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ, ਖੁਸ਼ ਰਹਿੰਦਾ।
ਜਿਹਦਾ ਰੱਬ ਕਰੋਧੀ ਹੋਏਗਾ ਨਾ, ਉਸ ਰੱਬ ਨੂੰ ਮੰਨਣ ਵਾਲੇ ਬੰਦੇ ਵੀ ਦਇਆ ਤੇ ਤਰਸ ਦੇ ਪਾਤਰ ਨਹੀਂ ਬਣ ਸਕਦੇ, ਕਿਉਂਕਿ ਉਹਦਾ ਰੱਬ ਕਰੋਧੀ ਹੈ। ਜਿਹੜਾ ਭਗਵਾਨ ਹੱਥ ਵਿੱਚ ਖੋਪੜ ਲੈ ਕੇ ਤੇ ਲੋਕਾਂ ਦੀ ਛਾਤੀ ਤੇ ਪੈਰ ਰੱਖ ਕੇ ਖੂਨ ਦਾ ਪਿਆਸਾ ਬਣ ਜਾਏ, ਤੁਹਾਨੂੰ ਕੀ ਲੱਗਦਾ ਵੀ ਉਹ ਬੰਦੇ ਕਿਸੇ ਤੇ ਪਰਉਪਕਾਰ ਕਰ ਸਕਦੇ ਆ? ਉਹ ਨਹੀਂ ਕਰ ਸਕਦੇ। ਇਸੇ ਕਰਕੇ ਗੁਰਮਤਿ ਨੇ ਜਦੋਂ ਆਖਿਆ ਨਾ ਆਪਣੇ ਰੱਬ ਵਰਗਾ ਬਣ, ਰੱਬ ਵਰਗਾ ਬਣਨ ਲਈ ਇਸੇ ਕਰਕੇ ਆਖਿਆ ਤੇਰੇ ਰੱਬ 'ਚ ਗੁਣ ਬਹੁਤ ਆ, ਔਗਣ ਇੱਕ ਵੀ ਨਹੀਂ ਹੈਗਾ। ਔਗਣ ਸਾਡੇ 'ਚ ਆ, ਗੁਣ ਸਾਰੇ ਰੱਬ ਦੇ ਵਿੱਚ ਆ। ਤੋ ਸਾਹਿਬ ਨੇ ਆਖਿਆ ਗੁਣ ਗਾਵੇਂ ਬੇਅੰਤ, ਬੇਅੰਤ ਲੋਕ ਤੇਰੇ ਗੁਣਾਂ ਨੂੰ ਗਾ ਰਹੇ ਨੇ, ਪਰ ਸਤਿਗੁਰੂ ਅੰਤ ਇੱਕ ਤਿਲ ਨਹੀਂ ਪਾਸੀ। ਤੇਰੇ ਗੁਣਾਂ ਦਾ ਉਰਲਾ ਤੇ ਪਾਰਲਾ ਬੰਨਾ ਅਜੇ ਤੱਕ ਕਿਸੇ ਨੇ ਨਹੀਂ ਲੱਭਾ, ਲੱਭ ਹੀ ਨਹੀਂ ਸਕਦਾ। ਕਿੰਨੇ ਕੁ ਗੁਣ ਤੇਰੇ ਗਾਈਏ? ਅਸੀਂ ਰੋਜ਼ ਪੜ੍ਹਦੇ ਹਾਂ ਨਾ, ਜਿਹਵਾ ਏਕ ਕਵਨ ਗੁਣ ਕਹੀਏ। ਜ਼ੁਬਾਨ ਇੱਕ ਹੈ, ਹਜ਼ਾਰਾਂ ਵੀ ਹੁਣ ਤਾਂ ਵੀ ਨਹੀਂ ਗਾ ਸਕਦੇ, ਪਰ ਜ਼ੁਬਾਨ ਹੈ ਹੀ, ਕਿਵੇਂ ਗਾਈਏ? ਨਹੀਂ ਗਾ ਸਕਦੇ। ਸਤਿਗੁਰੂ ਉੱਥੇ ਕਹਿਣਗੇ ਹਮਰੀ ਜਿਹਵਾ ਏਕ ਪ੍ਰਭ, ਹਰ ਕੇ ਗੁਣ ਅਗੰਮ ਅਗਾ, ਹਮ ਕਿਉਂ ਕਰ ਜਪੇ ਇਹ ਆਣਿਆ, ਹਮ ਪਾਪੀ ਸੰਗ ਤਰ੍ਹਾਂ। ਕਿਵੇਂ ਗਾਈਏ ਤੇਰੇ ਗੁਣਾਂ ਨੂੰ? ਤੇ ਫਿਰ ਆਖਿਆ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਜ ਭਗਵਾਨਾ। ਤੂੰ ਬੜੇ ਵੱਡੇ ਪਸਾਰੇ ਦਾ ਮਾਲਕ ਹੈ। ਤੋ ਆਖਿਆ ਗੁਣ ਗਾਵੇਂ ਬੇਅੰਤ, ਬੇਅੰਤ ਲੋਕ ਤੇਰੇ ਗੁਣਾਂ ਨੂੰ ਗਾ ਰਹੇ ਨੇ। ਕੌਣ ਕੌਣ ਗਾ ਰਿਹਾ? ਉਹ ਆਪਾਂ ਰੋਜ਼ ਹੀ ਸਵੇਰੇ ਤੇ ਸ਼ਾਮ ਪੜ੍ਹਦੇ ਹਾਂ। ਗਾਵਨ ਤੁਧਨੋਂ ਪਵਨ ਪਾਣੀ ਬੈਸੰਤਰ। ਹੁਣ ਇੱਥੋਂ ਸਮਝੋ ਵੀ ਗੁਣ ਗਾਉਣ ਦਾ ਭਾਵ ਕੀ। ਇੱਕ ਤਾਂ ਨਾ ਵੀ ਅਸੀਂ ਗਾਉਂਦੇ ਹਾਂ ਵੀ ਸਤਿਨਾਮ ਵਾਹਿਗੁਰੂ ਕਰ ਲਿਆ, ਠੀਕ ਹੈ, ਨਾਮ ਜਪਣਾ ਚਾਹੀਦਾ, ਮੂਲ ਮੰਤਰ ਕਰੋ, ਗੁਰ ਮੰਤਰ ਕਰੋ, ਬਾਣੀ ਪੜ੍ਹੋ, ਇਹ ਸਭ ਇਬਾਦਤ ਦਾ ਹਿੱਸਾ ਹੈ। ਪਰ ਇਹਦੇ ਨਾਲ ਨਾਲ ਇੱਕ ਬੜੀ ਵੱਡੀ ਤੇ ਸਵਾਦਲੀ ਗੱਲ ਇਹ ਹੈ ਕਿ ਗੁਣ ਗਾਉਣ ਦਾ ਅਸਲ ਭਾਵ ਹੈ ਉਹਦੇ ਨਾਮ ਨੂੰ ਜਪਦਿਆਂ ਜਪਦਿਆਂ ਉਹਦੇ ਹੁਕਮ ਤੇ ਰਜ਼ਾ 'ਚ ਰਾਜ਼ੀ ਰਹਿਣਾ। ਜਿਹੜਾ ਲਾ ਆਫ ਨੇਚਰ ਹੈ ਨਾ, ਅਕਾਲ ਪੁਰਖ ਵਾਹਿਗੁਰੂ ਦਾ ਨਿਯਮ ਹੈ, ਹੁਕਮ ਹੈ, ਉਹਦੇ ਅਸੂਲਾਂ ਦੇ ਮੁਤਾਬਕ ਆਪਣੇ ਆਪ ਨੂੰ ਢਾਲ ਲੈਣਾ, ਇਹਨੂੰ ਕਹਿੰਦੇ ਹੈ ਨਾਮ ਜਪਣਾ। ਜਦੋਂ ਅਸੀਂ ਇਹ ਪੜ੍ਹਦੇ ਨਾ ਗਾਵਨ ਤਦਨੋਂ ਪਵਨ ਪਾਣੀ ਬੈਸੰਤਰ। ਹੁਣ ਹਵਾ ਕਿਵੇਂ ਨਾਮ ਜਪਦੀ ਹੈ? ਕਿਉਂਕਿ ਹਵਾ ਜਦੋਂ ਝੁੱਲਦੀ ਹੈ ਨਾ, ਉਹ ਇਹ ਨਹੀਂ ਵੇਖਦੀ ਵੀ ਗਰੀਬ ਕੌਣ ਹੈ ਤੇ ਅਮੀਰ ਕੌਣ ਹੈ, ਉਹ ਸਾਰਿਆਂ ਨਾਲ ਇੱਕੋ ਜਿਹਾ ਵਿਹਾਰ ਕਰਦੀ, ਕਿਉਂਕਿ ਉਹਦੇ ਨੇਮ ਦੇ ਵਿੱਚ। ਪਾਣੀ ਵੀ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੈ। ਉਹਨੂੰ ਗਰੀਬ ਪੀ ਲਵੇ ਤਾਂ ਵੀ ਪਿਆਸ ਹੀ ਬੁਝਾਏਗਾ, ਅਮੀਰ ਪੀ ਲਵੇ ਤੇ ਤਾਂ ਵੀ ਪਿਆਸ ਹੀ ਬੁਝਾਏਗਾ, ਉਹਦੇ ਹੁਕਮ ਦੇ ਵਿੱਚ। ਜਦੋਂ ਸਾਡੇ ਅੰਦਰ ਵੀ ਇਦਾਂ ਦਾ ਸੁਭਾਅ ਆ ਗਿਆ ਨਾ, ਅਸੀਂ ਅਮੀਰੀ ਗਰੀਬੀ ਤੇ ਜ਼ਾਤਾਂ ਦੇ ਵਿਤਕਰਿਆਂ ਨੂੰ ਛੱਡ ਕੇ ਤੇ ਇਹ ਸਮਝਣ ਲੱਗ ਪਏ ਵੀ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਅਸਲ ਸਾਨੂੰ ਗੁਣ ਗਾਉਣ ਦੀ ਸਮਝ ਆਏਗੀ ਉਦੋਂ। ਤਾਂ ਆਖਿਆ ਗੁਣ ਗਾਵੇਂ ਬੇਅੰਤ, ਅੰਤ ਇੱਕ ਤਿਲ ਨਹੀਂ ਪਾਸੀ। ਜਾ ਕੋ ਹੋਏ ਕਿਰਪਾਲ, ਜਿਹਦੇ ਤੇ ਹੈ ਅਕਾਲ ਪੁਰਖ ਵਾਹਿਗੁਰੂ ਤੂੰ ਬਖਸ਼ਿਸ਼ ਕਰ ਦੇਵੇਂ, ਸੋ ਜਨ ਪ੍ਰਭ ਤੁਮੈ ਮਿਲਾਸੀ। ਉਹ ਬੰਦਾ ਤੈਨੂੰ ਮਿਲ ਸਕਦਾ। ਬਖਸ਼ਿਸ਼ ਦਾ ਮਤਲਬ ਕੀ ਹੈ? ਇਹ ਨਹੀਂ ਵੀ ਰੱਬ ਬਖਸ਼ਿਸ਼ ਕਰੇਗਾ ਤੇ ਤਾਂ, ਇਹਦਾ ਮਤਲਬ ਆ ਮਿਹਨਤ ਬੰਦਿਆ ਤੂੰ ਹੀ ਕਰਨੀ ਹੈ। ਪਰ ਰੱਬ ਦੀ ਬਖਸ਼ਿਸ਼ ਦਾ ਮਤਲਬ ਆ ਤੇਰੀ ਮਿਹਨਤ ਨੂੰ ਸਹੀ ਦਿਸ਼ਾ ਜਿਹੜਾ ਨਾ, ਉਹ ਰੱਬ ਹੀ ਦਿੰਦਾ, ਗੁਰੂ ਦਿੰਦਾ। ਮਿਹਨਤ ਤੂੰ ਹੀ ਕਰਨੀ, ਤੇਰੀ ਮਿਹਨਤ ਤੋਂ ਬਿਨਾਂ ਨਹੀਂ ਹੋ ਸਕਦਾ। ਤੂੰ ਹੱਥ ਉੱਤੇ ਹੱਥ ਧਰ ਕੇ ਆਖੇ ਵੀ ਰੱਬ ਬਖਸ਼ਿਸ਼ ਕਰੇਗਾ ਤੇ ਨਸ਼ਾ ਛੱਡ ਦੇਵਾਂਗੇ, ਰੱਬ ਬਖਸ਼ਿਸ਼ ਕਰੇਗਾ ਤੇ ਇਦਾਂ ਹੋਏਗਾ। ਮਿਹਨਤ ਬੰਦਿਆ ਤੈਨੂੰ ਕਰਨੀ ਪੈਣੀ। ਹਾਂ, ਤੇਰੀ ਮਿਹਨਤ ਨੂੰ ਫਲ ਜਿਹੜਾ ਨਾ, ਉਹ ਰੱਬ ਲਾਏਗਾ। ਤੋ ਆਖਿਆ ਜਾਕੋ ਹੋਏ ਕਿਰਪਾਲ ਪ੍ਰਭ, ਸੋ ਜਨ ਪ੍ਰਭ ਤੁਮੈ ਮਿਲਾਸੀ। ਧਨ ਧਨ ਤੇ ਧਨ ਜਨ, ਉਹ ਜਨ ਸੱਚੀ ਧਨ ਨੇ, ਉਹ ਗੁਰਮੁਖ ਪਿਆਰੇ ਸੱਚੀ ਧਨ ਨੇ, ਧਨਤਾ ਦੇ ਪਾਤਰ ਨੇ। ਜੇ ਕਿਰਪਾਲ ਹਰ ਹਰ ਭਇਓ, ਜਿਨ੍ਹਾਂ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਤੇ ਮਿਹਰਮਤ ਹੋ ਗਈ। ਆਖਿਆ ਹਰ ਗੁਰ ਨਾਨਕ ਜਿਨ ਪਰਸਿਓ, ਸੇ ਜਨਮ ਮਰਨ ਦੋਹ ਥੇ ਰਹੇ। ਹੁਣ ਇੱਥੇ ਗੁਰੂ ਨੂੰ ਤੇ ਨਾਨਕ ਨੂੰ ਵੱਖਰਿਆਂ ਵੱਖਰਿਆਂ ਨਹੀਂ ਕਰਨਾ, ਇੱਥੇ ਗੁਰੂ ਤੇ ਨਾਨਕ ਇਕੱਠੇ ਰਹਿਣਗੇ। ਭਾਵ ਹੇ ਗੁਰੂ ਨਾਨਕ, ਜਿਨ੍ਹਾਂ ਨੇ ਤੇਰੇ ਚਰਨ ਪਰਸੇ ਨੇ ਨਾ, ਉਹ ਜੰਮਣ ਤੇ ਮਰਨ ਤੋਂ ਰਹਿਤ ਹੋ ਗਏ। ਉਹ ਆਵਾਗਮਨ ਦੇ ਵਿੱਚ ਨਹੀਂ ਪੈਂਦੇ, ਉਹ ਭਟਕਣਾ ਦੇ ਵਿੱਚ ਨਹੀਂ ਪੈਂਦੇ, ਉਹ ਜੰਮਣ ਮਰਨ ਤੋਂ ਮੁਕਤ ਹੋ ਗਏ। ਔਰ ਇਹ ਸ਼ਬਦ ਭੱਟ ਸਾਹਿਬਾਨਾਂ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਨਾਲ ਵੀ ਵਰਤਿਆ। ਆਖਿਆ ਹੇ ਮਥੁਰਾ ਆਖ, ਜਿਹੜੇ ਗੁਰੂ ਅਰਜਨ ਮਹਾਰਾਜ ਦੇ ਚਰਨਾਂ ਦੇ ਨਾਲ ਜੁੜ ਗਏ ਨੇ ਨਾ, ਉਹ ਹੁਣ ਗਰਭ ਜੋਨ ਦੇ ਵਿੱਚ ਨਹੀਂ ਆਉਂਦੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਥੇ ਉਹੀ ਸ਼ਬਦ ਵਰਤਿਆ। ਆਖਿਆ ਧਨ ਧਨ ਤੇ ਧਨ ਜਨ, ਜੇ ਕਿਰਪਾਲ ਹਰ ਹਰ ਭਇਓ, ਹਰ ਗੁਰ ਨਾਨਕ ਜਿਨ ਪਰਸਿਓ, ਸੋ ਜਨਮ ਮਰਨ ਦੋਹ ਥੇ ਰਹੇ। ਉਹ ਜੰਮਣ ਤੇ ਮਰਨ ਤੋਂ ਮੁਕਤ ਹੋ ਗਏ, ਗੁਰੂ ਦੇ ਚਰਨਾਂ ਨਾਲ ਜੁੜ ਕੇ ਉਹ ਨਿਜ ਘਰ ਦੇ ਵਿੱਚ ਟਿਕ ਗਏ ਨੇ, ਆਵਾਗਮਨ ਤੇ ਭਟਕਣਾ ਤੋਂ ਮੁਕਤ ਹੋ ਗਏ ਨੇ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ।
ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਦੀ ਇਬਾਦਤ ਜਿਹੜੀ ਸਤਿਗੁਰੂ ਨੇ ਸਾਡੇ ਨਾਲ ਸਾਂਝੀ ਕੀਤੀ ਹੈ, ਉਹ ਸਾਡੇ ਜੀਵਨ ਦੇ ਅੰਦਰ ਸਾਡੀ ਧੁਰ ਆਤਮਾ ਦੇ ਵਿੱਚ ਵਸ ਜਾਏ। ਅਸੀਂ ਗੁਰਬਾਣੀ ਦੇ ਅਕੀਦੇ ਮੁਤਾਬਕ ਆਪਣੇ ਜੀਵਨ ਨੂੰ ਸੁੰਦਰ ਢੰਗ ਨਾਲ ਬਤੀਤ ਕਰਨ ਵਿੱਚ ਕਾਮਯਾਬ ਬਣ ਸਕੀਏ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਣਯੋਗ ਹਨ, ਬਖਸ਼ ਲੈਣਗੇ ਸਭਨਾਂ ਦਾ ਧੰਨਵਾਦ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ This program is sponsored by AMC Insurance Services Limited.